ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਭੂਲੇ ਬਾਵਰੇ, ਗੁਰ ਕੀ ਚਰਣੀ ਲਾਗ। ਹੁਣ ਮਨ ਨੂੰ ਉਪਦੇਸ਼ ਦੇਣ ਲਈ ਸਤਿਗੁਰੂ ਆਪਾਂ ਨੂੰ ਫਰਮਾਉਂਦੇ ਨੇ ਕਿ ਆਪਣੇ ਮਨ ਨੂੰ ਇਕੱਲੇ ਬਹਿ ਕੇ ਸਮਝਾਇਆ ਕਰੋ। ਇਹਨੂੰ ਕਮਲੇ ਨੂੰ, ਇਹ ਬਾਵਰਾ ਹੈ, ਝੱਲਾ ਹੈ, ਬਹੁਤ ਜ਼ਿਆਦਾ ਮਹਾਮੂਰਖ ਹੈ ਅੰਦਰੋਂ ਮਨ ਸਾਡਾ। ਮੂਰਖ ਕਿਵੇਂ ਹੈ ਜੀ? ਇਸ ਤਾਂ ਸਿਆਣੇ ਕਹਿੰਦੇ ਕਾਗਜ਼ ਪੈਨ ਲੈ ਲਓ, ਇਕੱਲੇ ਬੈਠ ਜਾਓ, ਮਨ ਵਿੱਚ ਜਿਹੜਾ ਵੀ ਵਿਚਾਰ ਆਉਂਦਾ ਉਹ ਲਿਖ ਲਓ, ਜੋ ਵੀ ਮਰਜ਼ੀ ਆਵੇ ਲਿਖੀ ਜਾਓ ਲਿਖੀ ਜਾਓ। 10 ਪੇਜ ਭਰ ਦਿਓ ਤੇ ਕਿਸੇ ਬੰਦੇ ਨੂੰ ਦਿਓ ਪੜ੍ਹਨ ਨੂੰ, ਕਹਿ ਪੜ੍ਹੀ ਵੀ ਕੀ ਲਿਖਿਆ। ਉਹ ਪੜ੍ਹ ਕੇ ਕਹੇਗਾ ਇਹ ਕਿਹੜੇ ਮੂਰਖ ਨੇ ਲਿਖਿਆ, ਕਿਸ ਪਾਗਲ ਨੇ ਇਹ ਗੱਲਾਂ ਲਿਖੀਆਂ ਨੇ। ਪਰ ਇਹ ਕਹਿੰਦੇ ਮਨ ਅੰਦਰੋਂ ਪਾਗਲ ਹੈ, ਮੂਰਖ ਹੈ, ਬਾਹਰੋਂ ਸਰੀਰ ਕਰਕੇ ਆਪਾਂ ਟਿਕਾਓ ਵਿੱਚ ਬੈਠੇ ਨੇ। ਜਦੋਂ ਉਹਦੀ ਪ੍ਰਬਲਤਾ ਵੱਧ ਜਾਂਦੀ ਹੈ ਤਾਂ ਸਰੀਰਕ ਹਰਕਤਾਂ ਪਾਗਲਾਂ ਵਾਲੀਆਂ ਕਰਦਾ, ਤਾਂ ਜੀਵ ਨੂੰ ਕਹਿੰਦੇ ਇਹ ਤਾਂ ਪਾਗਲ ਹੋ ਗਿਆ। ਪਰ ਵੈਸੇ ਵਾਸਤਵ ਵਿੱਚ ਮਹਾਰਾਜ ਕਹਿੰਦੇ ਜੀਵ ਪਾਗਲ ਹੀ ਹੈ, ਮੂਰਖ ਹੋ ਚੁੱਕਿਆ ਹੈ। ਸੁਣ ਮਨ ਭੂਲੇ ਬਾਵਰੇ, ਗੁਰ ਕੀ ਚਰਣੀ ਲਾਗ। ਬਾਵਰਿਆ, ਇਹ ਪਦਾਰਥਾਂ 'ਚ ਭੁੱਲ ਗਿਆ ਤੂੰ, ਆ ਸਾਡੀ ਸਿੱਖਿਆ ਸੁਣ ਕੇ ਤੂੰ ਗੁਰਾਂ ਦੀ ਚਰਣੀ ਲੱਗ ਜਾ। ਹਰ ਜਪ ਨਾਮ ਧਿਆਏ ਤੂੰ, ਜਮ ਡਰ ਪੈ ਦੁੱਖ ਭਾਗ। ਤੂੰ ਜੋ ਜਪਣੇ ਯੋਗ ਪਰਮਾਤਮਾ ਦਾ ਨਾਮ ਹੈ ਉਹਨੂੰ ਧਿਆ, ਫੇਰ ਤੇਰਾ ਜਿਹੜਾ ਜਮਾਂ ਦਾ ਡਰ ਹੈ ਨਾ, ਇਹ ਜਮਾਂ ਦਾ ਡਰ ਅਤੇ ਜਨਮ ਮਰਨ ਦਾ ਦੁੱਖ ਭਾਗ ਤੋਂ ਭਾਵ ਦੌੜ ਜਾਏਗਾ। ਦੁਖ ਕਣੋ ਦੁਹਾਗਣੀ, ਕਿਉਂ ਥਿਰ ਰਹਿ ਸੁਹਾਗ। ਦੁਹਾਗਣੀਆਂ ਜਿਹੜੀਆਂ ਛੁੱਟੜ ਔਰਤਾਂ ਨੂੰ ਬਹੁਤਾ ਜ਼ਿਆਦਾ ਦੁੱਖ ਪ੍ਰਾਪਤ ਹੁੰਦਾ, ਉਹਨਾਂ ਦਾ ਸੁਹਾਗ ਜਿਹੜਾ ਆਨੰਦ ਕਿਵੇਂ ਥਿਰ ਰਹਿ ਸਕਦਾ। ਜਿਹੜੇ ਪਰਮਾਤਮਾ ਨਾਲੋਂ ਬਿਲਕੁਲ ਹੀ ਵਿਛੜ ਗਈਆਂ ਨੇ, ਰੱਬ ਨੂੰ ਭੁਲਾ ਹੀ ਛੱਡਿਆ ਹੈ, ਉਹਨਾਂ ਨੂੰ ਕਦੋਂ ਸੁੱਖ ਮਿਲਦਾ? ਉਹ ਤਾਂ ਦੂਰੇ ਦੁਖੀ ਹੁੰਦੇ ਨੇ, ਮਨ ਕਰਕੇ ਦੁਖੀ ਨੇ, ਸਰੀਰ ਕਰਕੇ ਉਹ ਦੁਖੀ ਨੇ, ਜ਼ੁਬਾਨ ਨਾਲ ਉਹ ਦੁੱਖ ਦੀਆਂ ਗੱਲਾਂ ਦੱਸਦੇ ਨੇ। ਘੱਟੋ ਘੱਟ ਆਤਮਿਕ ਸੁੱਖ ਤਾਂ ਹੁੰਦਾ ਅੰਦਰ, ਚਲੋ ਸਰੀਰ ਨੂੰ ਦੁੱਖ ਹੁੰਦਾ ਉਹ ਫਿਰ ਘਟ ਜਾਂਦਾ। ਜ਼ੁਬਾਨ ਨਾਲ ਤਾਂ ਦੁਖੀ ਗੱਲ ਬੋਲਦਾ, ਕਿਉਂਕਿ ਜਿਹਦੇ ਅੰਦਰ ਗੁਰਾਂ ਦਾ ਉਪਦੇਸ਼ ਹੈ, ਨਾਮ ਸਿਮਰਨ ਹੈ, ਉਹ ਦੁੱਖ ਨੂੰ ਝੱਲਣ ਦੇ ਸਮਰੱਥ ਵੀ ਹੋ ਜਾਂਦਾ। ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨਦਾ, ਦੁੱਖ ਦੇ ਆਉਣ ਤੇ ਦੁੱਖ ਨੂੰ ਪ੍ਰਤੀਤ ਹੀ ਨਹੀਂ ਕਰਦਾ, ਮਹਿਸੂਸ ਹੀ ਨਹੀਂ ਕਰਦਾ। ਕਹਿੰਦੇ ਇਹੋ ਜਿਹੇ ਕਈ ਦੁੱਖ ਦੇਖੇ ਆ, ਉਹ ਦੁੱਖ ਨੂੰ ਮਖੌਲ ਕਰਦਾ। ਭਾਈ ਰੇ ਅਵਰ ਨਾਹੀ ਮੈਂ ਥਾਉ, ਇਹ ਭਾਈ ਪ੍ਰਮਾਤਮਾ ਤੋਂ ਬਿਨਾਂ ਸੁੱਖਾਂ ਦਾ ਥਾਂ ਮੇਰਾ ਹੋਰ ਕੋਈ ਵੀ ਨਹੀਂ, ਸਿਰਫ ਇੱਕ ਵਾਹਿਗੁਰੂ ਸੁੱਖਾਂ ਦਾ ਥਾਂ ਹੈ। ਮੈਂ ਧਨ ਨਾਮ ਨਿਧਾਨ ਹੈ, ਗੁਰ ਦੀਆ ਬਲ ਜਾਉ ਰਹਾਉ। ਮੈਂ ਤਾਂ ਗੁਰਾਂ ਦਾ ਨਾਮ ਧਨ ਜਿਹੜਾ ਖਜ਼ਾਨਾ ਨਾ, ਗੁਰਾਂ ਨੇ ਮੈਨੂੰ ਦਿੱਤਾ ਨਾ ਨਾਮ ਧਨ ਖਜ਼ਾਨਾ, ਇਸ ਕਰਕੇ ਮੈਂ ਗੁਰਾਂ ਤੋਂ ਬਲਿਹਾਰ ਜਾਂਦਾ ਵੀ ਇਹ ਨਾਮ ਧਨ ਦੇ ਨਾਲ ਮੈਨੂੰ ਕਿੰਨਾ ਸੁੱਖ ਮਿਲ ਗਿਆ। ਮੇਰੇ ਦੁੱਖ ਵੀ ਉਲਟ ਕੇ ਸੁੱਖ ਬਣ ਗਏ ਨੇ, ਗੁਰੂ ਦੀ ਇਹੋ ਜਿਹੀ ਕਿਰਪਾ ਹੋ ਗਈ। ਜਿਹੜੇ ਪਹਿਲਾਂ ਦੁੱਖ ਦਿੰਦੇ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਉਲਟੇ ਮੇਰਾ ਸੇਵਾਦਾਰ ਬਣ ਗਏ। ਸਗਲ ਦੂਤ ਮੇਰੀ ਸੇਵਾ ਲਾਏ। ਜਿਹੜੀ ਮਾਇਆ ਮੈਨੂੰ ਪਰੇਸ਼ਾਨ ਕਰਦੀ ਸੀ, ਉਹ ਉਲਟ ਕੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ ਹੋ ਗਈ। ਜਿਹੜੇ ਲੋਕ ਦੁਖੀ ਕਰਦੇ ਸੀ, ਉਹ ਉਲਟ ਕੇ ਮਿੱਤਰ ਬਣ ਗਏ ਨੇ। ਅਪੁਸਤ ਬਾਤ ਤੇ ਭਈ ਸੀਧਰੀ ਹੋ ਗਏ ਸਾਰੇ ਜਾਣੇ। ਔਰ ਗੁਰਾਂ ਨੇ ਕਿਰਪਾ ਕੀਤੀ, ਬਾਲੇ ਜਿਹੜੇ ਪਰੇਸ਼ਾਨ ਕਰਦੇ ਸੀ ਉਹ ਦੁਸ਼ਟ ਦੂਤ ਪਰਮੇਸ਼ਰ ਮਾਰੇ, ਉਹ ਪ੍ਰਮਾਤਮਾ ਨੇ ਆਪ ਹੀ ਉਲਟਾ ਕੇ ਸਿੱਟ ਦਿੱਤੇ ਸਾਰੇ। ਇਹੋ ਜਿਹੀ ਨਾਮ ਦੀ ਕਿਰਪਾ ਹੋਈ ਕਿ ਨਾਮ ਨੇ ਮੇਰੇ ਉੱਤੇ ਬੜੀ ਕਿਰਪਾ ਕੀਤੀ ਆ। ਸਾਰੀਆਂ ਹੀ ਚੀਜ਼ਾਂ ਜਿਹੜੀਆਂ ਵਿਰੋਧੀ ਸੀ ਉਹ ਮੇਰੇ ਹੱਕ ਵਿੱਚ ਕਰ ਦਿੱਤੀਆਂ। ਗੁਰਮਤ ਪਤ ਸਾਬਾਸ ਤਿਸ, ਇਸ ਕੈ ਸੰਗ ਮਿਲਾਓ। ਜਿਹਨੇ ਗੁਰਮਤ ਧਾਰੀ ਹੈ ਨਾ, ਉਹਨੂੰ ਪਤੀ ਪ੍ਰਮਾਤਮਾ ਵੱਲੋਂ ਸ਼ਾਬਾਸ਼ ਮਿਲਦੀ ਹੈ, ਧੰਨਤਾ ਯੋਗ ਮਿਲਦੀ ਹੈ। ਧੰਨ ਹੈ ਤੂੰ ਗੁਰਮਤ ਨੂੰ ਕਮਾਇਆ ਹੈ। ਉਸ ਗੁਰਮਤ ਦੇ ਨਾਲ ਤੂੰ ਆਪਣੇ ਆਪ ਨੂੰ ਮਿਲਾਉਣਾ ਕਰ ਭਾਈ, ਤੂੰ ਵੀ ਮਿਲਾ, ਗੁਰੂ ਦੀ ਮੱਤ ਲੈ ਪਹਿਲਾਂ। ਹੋਰ ਜਿਹੜੇ ਮਾੜੇ ਮੋਟੇ ਜਿਨ੍ਹਾਂ ਤੇ ਸਾਨੂੰ ਯਕੀਨ ਨਹੀਂ, ਉਹਨਾਂ ਦੀ ਮੱਤ ਛੱਡ ਕੇ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕ ਕੇ ਮਰਿਆਦਾ ਕਮਾਈ, ਬਾਬਾ ਦੀਪ ਸਿੰਘ ਹੋਣਾ ਨੇ, ਬਾਕੀ ਸਭ ਕੁਝ ਛੱਡ ਕੇ ਹੁਣ ਉੱਥੇ ਕੀ ਜਾਣਾ ਪੈਣਾ। ਬਾਬਾ ਦੀਪ ਸਿੰਘ ਨੇ ਕੀ ਮਰਿਆਦਾ ਕਮਾਈ, ਭਾਈ ਮਨੀ ਸਿੰਘ ਨੇ ਕੀ ਕਮਾਈ, ਉਸੇ ਮਰਿਆਦਾ ਉੱਤੇ ਹੀ ਜਾ ਕੇ ਖੜ ਜਾਣਾ। ਉਹਨਾਂ ਨੇ ਜਿਹੜੀ ਚੀਜ਼ ਕਮਾਈ 10ਵੇਂ ਪਾਤਸ਼ਾਹ ਦੇ ਹੁੰਦਿਆਂ ਨਾਲ ਹੁੰਦਿਆਂ, ਉਹਦੇ ਉੱਤੇ ਬਹੁਤਾ ਯਕੀਨ ਕਰੀਏ ਕਿ ਉਹ ਬਿਲਕੁਲ ਸਹੀ। ਬਾਅਦ ਵਿੱਚ ਤਾਂ ਕੋਈ ਕੁਛ ਕਹਿੰਦਾ, ਮਰਿਆਦਾ ਵਿੱਚ ਕੋਈ ਕੁਛ ਕਹਿੰਦਾ, ਕੋਈ ਆਪਣੇ ਮਤਲਬ ਲਈ ਕਹਿੰਦਾ, ਕੋਈ ਵੋਟਾਂ ਲੈਣ ਦਾ ਮਾਰਾ ਹੀ ਮਰਿਆਦਾ ਤੋੜ ਦਿੰਦਾ, ਕੋਈ ਕਿਸੇ ਤਰ੍ਹਾਂ ਤੋੜ ਦਿੰਦਾ। ਮਰਿਆਦਾ ਨੂੰ ਬਿਲਕੁਲ ਭੰਨ ਤੋੜ ਕੇ ਕਾਨਿਆਂ ਵਾਂਗੂ ਖਿਲਾਰ ਦਿੱਤਾ।
ਇਸ ਕਰਕੇ ਕੋਈ ਕਹਿੰਦਾ ਅਸੀਂ ਤੁਹਾਡੇ ਨਾਲ ਤਾਂ ਰਲਾਂਗੇ ਜੇ ਤੁਸੀਂ ਮਰਿਆਦਾ ਨੂੰ ਐ ਸਾਡੇ ਹਿਸਾਬ ਨਾਲ ਬਣਾਓ। ਲੋਕਾਂ ਨੇ ਮਰਿਆਦਾ ਨੂੰ ਖਿਡੌਣਾ ਬਣਾ ਲਿਆ। ਇਸ ਕਰਕੇ ਮਰਿਆਦਾ ਦਾ ਖਿਡੌਣਾ ਬਣਾ ਕੇ ਮਰਜ਼ੀ ਮੁਤਾਬਕ ਚਲਾ ਲਈਏ। ਇਹ ਮਰਿਆਦਾ ਨਾ ਹੋਈ, ਇਹ ਉਹੀ ਫਿਰ ਹੋਈ ਚੀਜ਼। ਕਿੱਥੇ ਤਾਂ ਮਰਿਆਦਾ ਦੇ ਮੁਤਾਬਕ ਸਿੱਖ ਨੇ ਚੱਲਣਾ ਸੀ, ਕਿੱਥੇ ਸਿੱਖ ਮਰਿਆਦਾ ਨੂੰ ਆਪਣੇ ਮੁਤਾਬਕ ਚਲਾਉਂਦਾ। ਫਿਰ ਉਹ ਮਰਿਆਦਾ ਕਾਮਯਾਬ ਕਿਵੇਂ ਹੋਵੇਗੀ? ਫਿਰ ਆਪਾਂ ਵੀ ਕਿਵੇਂ ਤਰਾਂਗੇ? ਇਸ ਕਰਕੇ ਸਤਿਗੁਰੂ ਕਹਿੰਦੇ ਮੇਰੇ ਗੁਰਸਿੱਖਾਂ ਤੋਂ ਮਰਿਆਦਾ ਸਿੱਖਣੀ ਹੈ। ਜਿਨ੍ਹਾਂ ਨੇ ਮਰਿਆਦਾ ਕਮਾਈ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਤੋਂ ਮਰਿਆਦਾ ਸਿੱਖੀ ਆ, ਉਹਨਾਂ ਨਾਲ ਮਿਲ ਕੇ, ਫਿਰ ਉਹਨਾਂ ਨਾਲ ਮਿਲ ਕੇ ਆਪਾਂ ਨੂੰ ਪਤਾ ਲੱਗੇਗਾ ਕਿ ਮਰਿਆਦਾ ਕੀ ਹੁੰਦੀ ਹੈ। ਤਿਸ ਬਿਨ ਘੜੀ ਨਾ ਜੀਵਉ, ਬਿਨ ਨਾਵੈ ਮਰ ਜਾਓ। ਮੈਂ ਤਾਂ ਤਿਸ ਗੁਰਮਤਿ ਤੋਂ ਬਿਨਾਂ ਇੱਕ ਘੜੀ ਮਾਤਰ ਵੀ ਨਹੀਂ ਜਿਉ ਸਕਦੀ। ਨਾਮ ਤੋਂ ਬਿਨਾਂ ਮਰ ਜਾਂਦੀ ਆ, ਕਿਉਂਕਿ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਅੱਜ ਦੇ ਯੁੱਗ ਦੇ ਵਿੱਚ ਜੇ ਕੋਈ ਕਹਿੰਦਾ ਵੀ ਹੁਣ ਬਾਣੀਆਂ ਜਿਹੜੀਆਂ ਘਟਾਤੀਆਂ, ਇਹ ਜੀ 3 ਬਾਣੀਆਂ ਕਰਤੀਆਂ, ਕਹਿੰਦੇ ਕਿਉਂਕਿ ਕੰਮ ਜ਼ਿਆਦਾ ਹੁੰਦਾ, ਬਿਜ਼ੀ ਹੁੰਦੇ ਜ਼ਿਆਦਾ, ਸਿੱਖਾਂ ਕੋਲ ਟਾਈਮ ਨਹੀਂ, ਇਸ ਕਰਕੇ 3 ਬਾਣੀਆਂ ਕਰਤੀਆਂ। ਚੱਲ ਬਾਕੀ ਦੀਆਂ ਰਹਿ ਰਾਸ ਵਿੱਚ ਆ ਜਾਂਦੀਆਂ ਨੇ। ਚੌਪਈ ਸਾਹਿਬ, ਆਨੰਦ ਸਾਹਿਬ ਰਹਿ ਰਾਸ 'ਚ ਆ ਗਿਆ। ਬਿਜ਼ੀ ਬੜੇ ਆ, ਇੱਥੋਂ ਪਹਿਲਾਂ 2 ਘੰਟੇ ਕੰਮ ਤੇ ਜਾਣ ਨੂੰ ਲੱਗਦੇ ਨੇ, 8 ਘੰਟੇ ਕੰਮ ਕਰਨਾ, 2 ਘੰਟੇ ਆਉਣ ਨੂੰ ਲੱਗਦੇ ਨੇ। ਨਾ ਸਾਇੰਸ ਤੋਂ ਕਦੋਂ ਕੰਮ ਲੈਣਾ? ਆ ਜਿਹੜੀਆਂ ਹੁਣ ਚੱਲੀਆਂ MP3 ਵਾਕਮੈਨ ਚੱਲੇ ਨੇ, ਆਈਪੌਡ ਚੱਲੇ ਨੇ, ਆ ਜਿਹੜੀਆਂ ਗੱਡੀਆਂ ਦੇ ਵਿੱਚ ਸੀੜੀਆਂ ਲਾ ਕੇ ਪੌਪ ਸੰਗੀਤ ਸੁਣਦੇ ਹੋ, ਇੱਥੇ ਪਾਓ ਤਾਂ 5 ਬਾਣੀ ਨਿੱਤ ਨੇ, ਭਾਵੇਂ 100 ਬਾਣੀ ਸੁਣੋ ਉਹਦੇ ਜਾਂਦੇ। ਇਹ ਸਾਇੰਸ ਤੋਂ ਕੰਮ ਆਪਾਂ ਕਦੋਂ ਲੈਣਾ? ਹੁਣ ਤਾਂ ਇਹ ਜੇ ਆ ਗਏ ਵੀ ਜਿੰਨੀ ਆਪਾਂ ਕਥਾ ਹੁਣ ਤੱਕ ਕੀਤੀ ਹੈ, ਕਹਿੰਦੇ 1500 ਘੰਟੇ ਦੀ ਉਹ ਚਿੱਪ ਜੀ ਪੈਂਦੀ, ਤੁਹਾਡੀ ਕਥਾ ਤਾਂ 450 ਘੰਟੇ, ਬਾਕੀ ਵੀ ਪਾ ਦਿਆਂਗੇ ਵਿੱਚ ਭਰ ਕੇ। ਫਿਰ ਸੋ ਇਸ ਕਰਕੇ ਹੁਣ ਦੇ ਯੁੱਗ 'ਚ ਕੋਈ ਇਹ ਬਹਾਨਾ ਨਹੀਂ ਲਾ ਸਕਦਾ ਕਿ ਹੁਣ ਦੀ ਲੋਕ ਬਿਜ਼ੀ ਬਹੁਤ ਨੇ ਤੇ ਉਹ ਇੰਨਾ ਨਿਤਨੇਮ ਕਰ ਨਹੀਂ ਸਕਦੇ, ਟਾਈਮ ਨਹੀਂ ਹੁੰਦਾ। ਚਲੋ ਦਿਖਾਉਣੇ ਆ ਲੋਕੀ, ਨਾਲੇ ਕੰਮ ਕਰਦੇ ਨੇ, ਨਾਲੇ ਕੰਨਾਂ ਦੇ ਵਿੱਚ ਲਾਇਆ ਹੋਇਆ ਸਭ ਕੁਝ। 8-8 ਘੰਟੇ ਤੱਕ ਉਹ ਕਥਾ ਹੀ ਸੁਣੀ ਜਾਂਦੇ ਨੇ। ਟਰੱਕਾਂ ਵਾਲੇ ਟਰੱਕ 'ਚ ਲਾ ਕੇ 12-12 ਘੰਟੇ ਟਰੱਕ ਚਲਾ ਕੇ ਨਾਲ ਕਥਾ ਸੁਣਦੇ ਨੇ। ਟਰੱਕਾਂ ਵਾਲਿਆਂ ਨੂੰ ਤਾਂ ਇੰਨੀ ਮੌਜ ਆ, ਸਹਿਜ ਪਾਠ ਸਾਰਾ ਸੁਣ ਲੈਂਦੇ, ਰਸਤੇ 'ਚ ਨਿਤਨੇਮ ਸਾਰਾ ਸੁਣਦੇ ਨੇ। ਕਈ ਟੈਕਸੀਆਂ ਵਾਲੇ ਨੇ ਉਹ ਸੁਣੀ ਜਾਂਦੇ। ਉਹਨਾਂ ਨੇ ਸਾਇੰਸ ਤੋਂ ਸਾਧਨ ਲੈ ਲਿਆ। ਆਪਾਂ ਵੀ ਇਹ ਨਹੀਂ ਕਹਿ ਸਕਦੇ ਕਿ ਹੁਣ ਬਿਜ਼ੀ ਆ, ਹੁਣ ਬਾਣੀ ਨਹੀਂ ਪੜ੍ਹ ਸਕਦੇ। ਜਿੰਨਾ ਚਿਰ ਅਸੀਂ ਆਪਣੇ ਕੰਮ ਤੇ ਜਾਂਦੇ ਆ, ਰਸਤੇ 'ਚ ਲਾਉਨੇ ਆ, ਉਹਨਾਂ ਚਿਰ ਦੇ ਵਿੱਚ ਤਾਂ ਜਿੰਨਾ ਮਰਜ਼ੀ ਨਿਤਨੇਮ ਸੁਣ ਲਓ, ਜਿੰਨਾ ਮਰਜ਼ੀ ਨਿਤਨੇਮ ਕਰ ਲਓ, ਜਿੰਨਾ ਮਰਜ਼ੀ ਸਿਮਰਨ ਕਰ ਲਓ। ਇਹ ਗੱਲ ਬੰਬੇ ਦੀ ਸੰਗਤ ਨੇ ਕਹੀ ਸੀ, ਕਹਿੰਦੇ ਸਾਨੂੰ ਇੱਥੇ ਬਹੁਤ ਜਾਣਾ ਪੈਂਦਾ ਦੂਰ ਦੂਰ ਕੰਮਾਂ ਤੇ। ਸਵੇਰੇ ਜੀ ਉੱਠਦੇ ਆ 4-5 ਵਜੇ, ਨਹਾ ਧੋ ਕੇ 7 ਵਜੇ ਬੱਸ ਫੜਦੇ ਆ, 9 ਵਜੇ ਦਫ਼ਤਰ ਪਹੁੰਚਦੇ ਆ, ਫਿਰ ਸ਼ਾਮ ਨੂੰ 5 ਵਜੇ ਛੱਡਦੇ ਆ ਦਫ਼ਤਰ, 7 ਵਜੇ ਘਰੇ ਆਉਂਦੇ। ਪਾਠ ਕਦੋਂ ਕਰੀਏ, ਥੱਕੇ ਹੁੰਦੇ ਆ। ਮੈਂ ਕਿਹਾ ਜਿਹੜਾ ਸਵੇਰੇ ਬੱਸ ਫੜਦੇ ਆ 7 ਤੋਂ 9, 2 ਘੰਟੇ ਬੱਸ 'ਚ ਬੈਠੇ ਕੀ ਕਰਦੇ ਹੁੰਦੇ ਹੋ? ਉਹ 2 ਘੰਟੇ ਵਿੱਚ ਸਾਰਾ ਕੁਝ ਪੜ੍ਹਿਆ ਜਾ ਸਕਦਾ। ਚੌਪਈ ਸਾਹਿਬ ਦੇ ਜਿੰਨੇ ਮਰਜ਼ੀ ਪਾਠ ਕਰ ਲਓ, ਜਪਜੀ ਸਾਹਿਬ ਕੰਠ ਉਹ ਕਰ ਲਓ, 5 ਬਾਣੀਆਂ ਕੰਠ ਉਹ ਕਰ ਲਓ। ਨਹੀਂ ਤਾਂ ਆਈਪੌਡ ਜਦੋਂ ਹਲੇ ਚੱਲੇ ਨਹੀਂ ਸੀਗੇ, ਇਹ ਛੋਟੀਆਂ ਟੇਪਾਂ ਜੀਆਂ ਕੰਨਾਂ 'ਚ ਲਾਈਆਂ, ਗਾਣੇ ਸੁਣੀ ਜਾਂਦੇ ਹੋ, ਇਹ ਗਾਣੇ ਛੱਡ ਦਿਓ। ਤਾਂ ਕਹਿਣ ਤੋਂ ਭਾਵ ਜੇ ਸਿੱਖ ਮਤ ਦਈਏ ਤਾਂ ਹੁਣ ਦੀ ਦੁਨੀਆ ਤਾਂ ਸਾਰੀ ਮੋਬਾਈਲ ਦੇ ਉੱਤੇ ਸਾਰਾ ਦਿਨ ਦਾ ਟਾਈਮ ਨੋਟ ਕਰੋ ਤਾਂ ਮੋਬਾਈਲ ਬੰਦਾ ਸਾਰੀ ਦਿਹਾੜੀ 'ਚ 4-5 ਘੰਟੇ ਨਾਰਮਲ ਬੰਦਾ ਸੁਣਦਾ। ਇਹਨੂੰ ਗੱਲ ਕਰ ਲਈ, ਉਹਨੂੰ ਕਰ ਲਈ, ਸੋਫੇ ਤੇ ਲੰਮਾ ਪੈ, ਕਦੇ ਬੈੱਡ ਤੇ ਪੈ, ਅੱਧਾ ਘੰਟਾ ਮੋਬਾਈਲ ਨਹੀਂ ਛੱਡਣਾ। ਤੇ ਜਦ ਨਿਤਨੇਮ ਦੀ ਗੱਲ ਆਈ ਆ ਕਿ ਬੰਦੇ ਬਿਜ਼ੀ ਬੜੇ ਨੇ, ਇਹ ਹੁਣ ਨਿਤਨੇਮ ਨਹੀਂ ਕਰ ਸਕਦੇ। ਇਹ ਟਾਈਮ ਆਪਾਂ ਨੂੰ ਘਟਾਉਣਾ ਪੈਣਾ। TV ਮੂਹਰੇ ਬਹਿ ਜੇ ਕੋਈ 4 ਘੰਟੇ ਮੂਹਰੇ ਨਹੀਂ ਉੱਠਦਾ, ਅਖਬਾਰ ਪੜ੍ਹਨ ਬਹਿ ਜੇ ਤਾਂ 3 ਘੰਟੇ ਉਹ ਤੇ ਲਾ ਦਿੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਪਾਠ ਕਰਨਾ ਪੈ ਜੇ ਫਿਰ ਆਵਾਸੀਆਂ ਉਸਲ ਵੱਟੀਆਂ, ਨੀਂਦ ਆਉਣੀ, ਬੁਰੇ ਹਾਲ ਹੋ ਜਾਂਦੇ, ਹਲਾਂਬੇ ਦੇਣੇ। ਐਡਾ ਲੰਬਾ ਪਾਠ, ਬਾਹਲਾ ਵੱਡਾ ਪਾਠ ਹੈ ਸੁਖਮਨੀ ਸਾਹਿਬ ਦਾ। ਸੁਖਮਨੀ ਸਾਹਿਬ ਦੇ ਪਾਠ ਨੂੰ ਜੇ ਕਰੀਏ ਥੋੜਾ ਜਿਹਾ ਤੇਜ਼ ਕਰਕੇ ਕਰੀਏ ਤਾਂ 40-45 ਮਿੰਟ ਘੰਟੇ 'ਚ ਹੋ ਜਾਊਗਾ। ਜੇ TV ਮੂਹਰੇ ਫਿਲਮ ਦੇਖਦੇ ਹੋ 3 ਘੰਟੇ ਦੇਖਦੇ। ਇਸ ਕਰਕੇ ਜਿਹੜੀ ਬਹਾਨੇਬਾਜ਼ੀ ਹੈ ਸਿੱਖਾਂ ਦੀ, ਇਹ ਖਰਾਬ ਕਰੂਗੀ। ਬਹਾਨੇਬਾਜ਼ੀ ਛੱਡ ਕੇ ਸਾਨੂੰ ਆਪਣੇ ਗੁਰਾਂ ਨੇ ਜਿਹੜੇ ਮਨੋਰੰਜਨ ਦਿੱਤੇ ਨੇ, ਜ਼ਿਆਦਾਤਰ ਨਿਤਨੇਮ ਦੇ, ਬਾਣੀ ਦੇ ਆਨੰਦ ਨੂੰ ਬਖਸ਼ਿਆ ਹੈ, ਉਹਦੇ ਉੱਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਆਪਾਂ ਨੂੰ। ਮੈਂ ਅੰਧਲੇ ਨਾਮ ਨਾ ਵੀਸਰੈ, ਟੇਕ ਟਿਕੀ ਘਰ ਜਾਓ। ਜਿਹੜਾ ਮੈਂ ਅੰਨੇ ਨੂੰ ਕਹਿੰਦੇ ਪ੍ਰਭੂ ਦਾ ਨਾਮ ਵਿਸਰਦਾ ਨਹੀਂ, ਇਹੋ ਸਰੂਪ ਰੂਪ ਘਰ ਵਿੱਚ ਜਾਣ ਦੀ ਟੇਕ ਟਿਕੀ ਹੈ ਮੇਰੀ।
ਸਤਿਗੁਰੂ ਆਪਣੇ ਆਪ ਨੂੰ ਕਿੰਨੀ ਨਿਮਰਤਾ 'ਚ ਵਰਤਦੇ ਨੇ। ਕਹਿੰਦੇ ਜਿਹੜਾ ਮੈਂ ਅੰਨੇ ਨੂੰ ਪਰਮਾਤਮਾ ਦਾ ਨਾਮ ਵਿਸਰਦਾ ਨਹੀਂ ਨਾ, ਬਸ ਇਹੀ ਕੰਮ ਕਰ ਰਿਹਾ ਸਾਰਾ, ਸਰੂਪ ਰੂਪੀ ਘਰ ਵਿੱਚ ਜਾਣ ਦੀ ਇਹੀ ਟੇਕ ਟਿਕੀ ਹੋਈ ਹੈ। ਪਰ ਸਤਿਗੁਰੂ ਕਹਿੰਦੇ ਨੇ ਚਲੋ ਮੈਂ ਤਾਂ ਅੰਧਲਾ ਹਾਂ, ਮੇਰਾ ਗੁਰੂ ਤਾਂ ਸਜਾਖਾ ਹੈ ਨਾ, ਪਰ ਜਿਹਦਾ ਗੁਰੂ ਹੀ ਅੰਨਾ, ਕਹਿੰਦੇ ਉਹਦਾ ਕੀ ਬਣੂਗਾ। ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀ ਠਾਓ, ਜਿਨ੍ਹਾਂ ਦਾ ਗੁਰੂ ਹੀ ਕਹਿੰਦੇ ਅੰਨਾ ਹੈ, ਗਿਆਨ ਵਿਰਾਗ ਰੂਪ ਅੱਖਾਂ ਤੋਂ ਬਿਨਾਂ, ਉਹਦੇ ਚੇਲਿਆਂ ਨੂੰ ਕੋਈ ਥਾਂ ਮਿਲਣੀ ਭਲਾਂ ਦੀ? ਕੁਛ ਨਹੀਂ ਮਿਲਣਾ। ਗੁਰੂ ਵੀ ਨਰਕਾਂ 'ਚ ਤੇ ਚੇਲੇ ਵੀ ਨਰਕਾਂ 'ਚ। ਆ ਜਿਹੜੇ ਨਕਲੀ ਗੁਰੂ ਨੇ ਦੁਨੀਆ 'ਚ ਬਣੇ ਹੋਏ, ਲੋਕੀ ਕਹਿੰਦੇ ਜੀ ਉਹਨਾਂ ਗੁਰੂ ਕੋ ਬੜਾ ਇਕੱਠ, 50 ਲੱਖ ਦਾ ਇਕੱਠ ਹੋਇਆ, ਉੱਥੇ ਕਰੋੜ ਦਾ ਇਕੱਠ ਹੋਇਆ। ਇਹ ਨਹੀਂ ਸਮਝਦੇ ਕੋਈ ਧਰਮ ਰਾਜੇ ਦਾ ਖਾਜਾ ਸਾਰਾ। ਗੁਰੂ ਅੱਗੇ ਮੋਢੀ ਬਣ ਕੇ ਉਹਨਾਂ ਨੂੰ ਲੈ ਕੇ ਜਾਵੇਗਾ, ਚਲੋ ਮੈਂ ਨਰਕਾਂ 'ਚ ਛੱਡਦਾ ਤੁਹਾਨੂੰ, ਧਰਮ ਰਾਜੇ ਦਾ ਏਜੰਟ ਭੇਜਿਆ ਹੋਇਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਜਿਨ੍ਹਾਂ ਕੰਧਲਾ ਚੇਲੇ ਨਾਹੀ ਠਾਓ, ਬਿਨ ਸਤਿਗੁਰ ਨਾਉ ਨਾ ਪਾਈਐ, ਬਿਨ ਨਾਵੈ ਕਿਆ ਸੁਆਓ। ਸਤਿਗੁਰੂ ਤੋਂ ਬਿਨਾਂ ਨਾਮ ਪ੍ਰਾਪਤੀ ਨਹੀਂ ਹੁੰਦਾ ਕਿਤੋਂ। ਦੁਕਾਨਾਂ ਖੋਲੀਆਂ ਠੱਗੀ ਠੋਰੀ ਦੀਆਂ, ਆਓ ਜੀ ਇੱਥੋਂ ਨਾਮ ਲੈ ਲਓ। ਜੇ ਕਿਸੇ ਨੂੰ ਕਹੀਏ ਨਾਮ ਜਪ, ਕਹਿੰਦੇ ਮੈਂ ਨਾਮ ਲਿਆ ਹੋਇਆ। ਨਾਮ ਤਾਂ ਗੁਰੂ ਨਾਨਕ ਸਾਹਿਬ ਕੋਲੇ ਹੈ, ਨਾਮ ਤਾਂ ਪੰਜਾਂ ਪਿਆਰਿਆਂ ਕੋਲੇ ਹੈ, ਹੋਰ ਕਿਹਦੇ ਕੋਲ ਨਾ, ਹੋਰ ਕੋਈ ਨਾ ਹੋ ਸਕਦਾ। ਉਹ ਨਾਮ ਜਿਹਦੀ ਗੱਲ ਸਤਿਗੁਰਾਂ ਨੇ ਕੀਤੀ, ਉਹ ਨਾਮ ਹੋਰ ਕਿਸੇ ਪਾਸ ਨਹੀਂ। ਮਹਾਰਾਜ ਕਹਿੰਦੇ ਸਤ ਦੀ ਪ੍ਰਾਪਤੀ ਕਰਾਉਣ ਵਾਲੇ ਸਤਿਗੁਰਾਂ ਤੋਂ ਬਿਨਾਂ ਨਾਮ ਨਹੀਂ ਪ੍ਰਾਪਤ ਹੋ ਸਕਦਾ। ਤੇ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਜਨਮ ਦੀ ਪ੍ਰਾਪਤੀ ਦਾ ਕੀ ਲਾਭ ਹੈ। ਬਿਨ ਨਾਵੈ ਕਿਆ ਸੁਆਓ, ਸੁਆਓ ਹੁੰਦਾ ਲਾਭ। ਆਏ ਗਿਆ ਪਛਤਾਵਣਾ, ਜਿਉ ਸੁਣਿਐ ਘਰ ਕਾਉ। ਸੰਸਾਰ ਵਿੱਚ ਆ ਕੇ ਇਸ ਤਰ੍ਹਾਂ ਪਛਤਾਉਂਦਾ, ਫਿਰ ਉੱਠ ਕੇ ਚਲਿਆ ਜਾਂਦਾ ਜਿਵੇਂ ਸੁਣਿਐ ਘਰ 'ਚ ਕਾਂ ਆ ਕੇ ਦੇਖਦਾ ਇੱਥੇ ਹੈ ਹੀ ਕੋਈ ਨਹੀਂ, ਨਾ ਕੋਈ ਰੋਟੀ ਨਾ ਟੁੱਕ ਨਾ ਖਾਣ ਨੂੰ। ਕਾਂ ਵੀ ਸੁਣਿਐ ਘਰ ਦੇ ਉੱਤੇ ਬਹਿ ਕੇ ਪਛਤਾਉਂਦਾ, ਤੇ ਮਨਮੁਖ ਵੀ ਨਕਲੀ ਗੁਰੂ ਕੋਲ ਜਾ ਕੇ ਪਛਤਾਉਂਦਾ ਵੀ ਇਹਦੇ ਕੋਲ ਤਾਂ ਮਿਲੇ ਕੁਛ ਨਹੀਂ ਮੈਨੂੰ। ਬਾਅਦ ਵਿੱਚ ਕਹਿੰਦਾ ਕੋਈ ਬੰਦਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕੋਲ ਆਇਆ, ਕਹਿੰਦਾ ਮਹਾਰਾਜ ਜੀ ਕਿਰਪਾ ਕਰੋ, ਕਹਿੰਦਾ ਮੈਂ ਤਾਂ ਇੱਕ ਨਕਲੀ ਗੁਰੂ ਕੋਲ 28 ਸਾਲ ਹੋ ਗਏ ਫਸੇ ਨੂੰ, ਅੱਜ ਤੱਕ ਮੈਨੂੰ ਤਾਂ ਕੁਝ ਨਹੀਂ ਮਿਲਿਆ। ਮਹਾਂਪੁਰਖਾਂ ਨੇ ਉਹਨੂੰ ਕਿਹਾ ਅੰਮ੍ਰਿਤ ਛਕ ਲੈ, ਪੰਜਾਂ ਪੈਰਾਂ ਤੋਂ ਨਾਂ ਲੈ ਕੇ ਅਭਿਆਸ ਕਰ, ਹੈ ਤੇਰੇ ਪੱਲੇ ਬਥੇਰਾ ਕੁਛ ਹੈ, ਪਰ ਗੁਰੂ ਦੀ ਕਿਰਪਾ ਨਾ ਮਿਲਣਾ। ਜਦੋਂ ਥੋੜਾ ਸਮਾਂ ਅਭਿਆਸ ਕੀਤਾ, ਮਹਾਰਾਜ ਦੀ ਕਿਰਪਾ ਹੋ ਗਈ। ਕਹਿੰਦਾ ਜੀ ਉੱਥੇ ਤਾਂ 28 ਸਾਲ ਲੱਗ ਗਏ। ਕਹਿੰਦੇ ਭਾਵੇਂ 2800 ਸਾਲ ਬੈਠਾ ਰਹਿੰਦਾ, ਉੱਥੇ ਨਹੀਂ ਕੋਈ ਬਣਨਾ। ਜਿਹੜੀ ਕਿਰਪਾ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਮਿਲਣੀ ਆ, ਉਹ ਦੂਜੇ ਦਰ ਤੇ ਕਿਵੇਂ ਮਿਲ ਸਕਦੀ। ਤੇ ਜਿਹੜੇ ਬੰਦੇ ਗੁਰੂ ਨਾਨਕ ਦਾ ਦਰ ਛੱਡ ਕੇ ਥਾਂ ਥਾਂ ਭਟਕਦੇ ਫਿਰਦੇ ਨੇ, ਅਖੀਰ ਨੂੰ ਖੁਆਰ ਹੋ ਕੇ ਖੱਜਲ ਹੋ ਕੇ ਚੜਾਈਆਂ ਕਰ ਜਾਂਦੇ ਨੇ। ਉਹ ਤਾਈਓ ਮਹਾਰਾਜ ਕਹਿੰਦੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ। ਬਿਨ ਨਾਵੈ ਦੁੱਖ ਦੇਹੁਰੀ, ਜਿਉ ਕੱਲਰ ਕੀ ਭੀਤ। ਨਾਮ ਸਿਮਰਨ ਤੋਂ ਬਿਨਾਂ ਜਿਹੜੀ ਦੇਹੁਰੀ ਨਾ ਸਾਡੀ ਦੇਹੀ ਹੈ ਜਾਂ ਬੁੱਧੀ ਹੈ, ਇਹ ਬੁੱਧੀ ਨੂੰ ਦੁੱਖ ਬਣਿਆ ਹੀ ਰਹਿੰਦਾ, ਦੇਹੀ ਨੂੰ ਵੀ ਦੁੱਖ ਬਣਿਆ ਹੀ ਰਹਿੰਦਾ। ਜਿਵੇਂ ਕੱਲਰ ਦੀ ਜਿਹੜੀ ਕੰਧ ਹੁੰਦੀ ਹੈ ਨਾ, ਕਿਰ ਕਿਰ ਕੇ ਹੌਲੀ ਹੌਲੀ ਡਿੱਗ ਪੈਂਦੀ ਆ, ਉਸੇ ਤਰ੍ਹਾਂ ਰੋਜ਼ ਦੇ 24,000 ਸਵਾਸ ਨਿਕਲਦੇ ਮੁੱਕ ਜਾਂਦੇ ਨੇ, ਸਰੀਰ ਡਿੱਗ ਪੈਂਦਾ। ਤਬ ਲੱਗ ਮਹਿਲ ਨਾ ਪਾਈਐ, ਜਬ ਲੱਗ ਸਾਚ ਨਾ ਚੀਤ। ਉਦੋਂ ਤੱਕ ਸਰੂਪ ਦੀ ਪ੍ਰਾਪਤੀ ਨਹੀਂ ਅੰਦਰਲੇ ਹੁੰਦੀ, ਜਦੋਂ ਤੱਕ ਚਿੱਤ ਦੇ ਵਿੱਚ ਸੱਚਾ ਨਾਮ ਜਾ ਕੇ ਵਸਦਾ ਨਹੀਂ। ਨਾਮ ਦਾ ਅਭਿਆਸ ਕਰਨਾ 8-8 ਘੰਟੇ ਸਾਰੀ ਰਾਤ ਬਹਿ ਕੇ ਮਿਹਨਤ ਮਸ਼ੱਕਤ ਕਰਕੇ ਅੰਦਰਲੇ ਸਰੂਪ ਤੱਕ ਚਲਿਆ ਗਿਆ ਜਦੋਂ, ਉਦੋਂ ਹੀ ਕਿਰਪਾ ਹੋ ਜਾਣੀ ਹੈ। ਸਾਰੀ ਕਿਰਪਾ ਹੀ ਉਹਦੇ ਨਾਲ ਹੁੰਦੀ ਹੈ। ਸਿੱਖੀ ਨੂੰ ਬੰਦਾ ਸਮਝੀ ਉਦੋਂ ਸਕਦਾ, ਗੁਰਮਤਿ ਨੂੰ ਬੰਦਾ ਉਦੋਂ ਹੀ ਸਮਝ ਸਕਦਾ ਜਦੋਂ ਅੰਦਰਲੇ ਸਰੂਪ ਨੂੰ ਦੇਖ ਲੈਂਦਾ। ਬਾਹਰਲਾ ਸਰੂਪ ਤਾਂ ਬਾਹਰਲਾ ਹੀ ਹੈ, ਅੰਦਰਲਾ ਹੀ ਹੈ, ਉਹ ਆਤਮਿਕ ਸਰੂਪ ਹੈ। ਸ਼ਬਦ ਰਪੈ ਘਰ ਪਾਈਐ, ਨਿਰਬਾਣੀ ਪਦ ਨੀਤ। ਮਹਾਰਾਜ ਕਹਿੰਦੇ ਨੇ ਗੁਰ ਸ਼ਬਦ ਵਿੱਚ ਨਾ ਰੱਪੈ ਹੁੰਦਾ, ਤਦਾਕਾਰ ਹੋਣ ਕਰਕੇ, ਰੰਗੇ ਹੋਣ ਕਰਕੇ ਅੰਤਹਿਕਰਨ ਰੂਪ ਘਰ ਦੇ ਵਿੱਚ ਨਿਤ ਰੂਪ ਨਿਰਬੰਧ ਪਦ ਨੂੰ ਪ੍ਰਾਪਤ ਕਰ ਲਈਦਾ। ਨਿਰਬੰਧ ਪਦਵੀ, ਬੰਧਨਾਂ ਤੋਂ ਰਹਿਤ ਪਦਵੀ ਜਿਹੜੀ, ਨਿਰਵਾਣ ਪਦਵੀ ਜਿਹੜੀ ਹੈ। ਹਉ ਗੁਰ ਪੁੱਛਾਂ ਆਪਣੇ, ਗੁਰ ਪੁੱਛਕਾਰ ਕਮਾਓ। ਮੈਂ ਆਪਣੇ ਗੁਰਾਂ ਪਾਸੋਂ ਪੁੱਛਦਾ, ਪਹਿਲਾਂ ਜਾ ਕੇ ਬੇਨਤੀ ਕਰਕੇ, ਜੀ ਮਹਾਰਾਜ ਆਹ ਦੱਸੋ ਜੀ ਕਿਵੇਂ ਕਰਨਾ ਹੈ। ਫਿਰ ਸਤਿਗੁਰੂ ਮੈਨੂੰ ਦੱਸਦੇ ਨੇ ਐਂ ਕਰਨਾ, ਫਿਰ ਮੈਂ ਗੁਰਾਂ ਦੇ ਦੱਸੇ ਹੋਏ ਮੁਤਾਬਕ ਪੁੱਛੀ ਹੋਈ ਕਾਰ ਨੂੰ ਉਸ ਤਰ੍ਹਾਂ ਕਮਾਉਂਦਾ ਜਿਵੇਂ ਸਤਿਗੁਰੂ ਮੈਨੂੰ ਕਹਿੰਦੇ ਨੇ। ਸਤਿਗੁਰੂ ਕੀ ਕਹਿੰਦੇ ਨੇ? ਸ਼ਬਦ ਸਲਾਹੀ ਮਨ ਵਸੈ, ਹਉਮੈ ਦੁੱਖ ਜਲ ਜਾਓ।
ਜੇ ਗੁਰੂ ਦਾ ਸ਼ਬਦ ਸਲਾਹੁਣਾ ਮਨ ਵਿੱਚ ਵਸ ਜਾਵੇ, ਹਮੇਸ਼ਾ ਅੰਦਰ ਸ਼ਬਦ ਹੁੰਦਾ ਹੀ ਰਹੇ ਵਾਹਿਗੁਰੂ ਵਾਹਿਗੁਰੂ, ਮੂਲ ਮੰਤਰ ਦਾ ਅਭਿਆਸ, ਤਾਂ ਮਹਾਰਾਜ ਕਹਿੰਦੇ ਹੰਗਤਾ ਮਮਤਾ ਦਾ ਦੁੱਖ ਸੜ ਬਲ ਜਾਂਦਾ। ਗੁਰਾਂ ਦੇ ਆਖੇ ਲੱਗ ਕੇ ਗੁਰਾਂ ਦੇ ਵਾਕ ਨੂੰ ਕਮਾਈਏ। ਗੁਰ ਵਾਕ ਨਿਰਮਲ ਸਦਾ ਚਾਨਣ, ਚਾਨਣ ਰੂਪ ਹੁੰਦਾ ਗੁਰਾਂ ਦਾ ਬਚਨ। ਫਿਰ ਸਤਿਗੁਰੂ ਕਹਿੰਦੇ ਨੇ ਜੇ ਤੂੰ ਸ਼ਬਦ ਦਾ ਸਲਾਹੀ ਬਣ ਜੇ, ਮਨ ਦੇ ਅੰਦਰ ਹਮੇਸ਼ਾ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਾ ਰਹੇ, ਇੱਕ ਓੰਕਾਰ ਦਾ ਅਭਿਆਸ ਕਰਦਾ ਰਹੇ, ਗੋਬਿੰਦੇ ਮੁਕੰਦੇ ਪੜ੍ਹਦਾ ਰਹੇ, ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ, ਸੱਚੇ ਦੇ ਸੱਚ ਨਾਮ ਨਾਲ ਮਿਲਾਣ ਕਰਕੇ ਗਿਆਨ ਦੁਆਰਾ ਪ੍ਰਮਾਤਮਾ ਨਾਲ ਸੁਤੇ ਸਿੱਧੀ ਮਿਲਾਪ ਹੋ ਜਾਂਦਾ, ਸਹਿਜੇ ਹੀ ਮਿਲਾਪ ਹੋ ਜਾਂਦਾ, ਗਿਆਨ ਦੁਆਰਾ ਮਿਲਾਪ ਹੋ ਜਾਂਦਾ। ਸਾਚੇ ਸਾਚ ਮਿਲਾਓ, ਸੱਚੇ ਦੇ ਸੱਚੇ ਨਾਮ ਕਰਕੇ ਨਾ, ਜਦੋਂ ਨਾਮ ਦੇ ਵਿੱਚ ਸਾਡਾ ਮਨ ਇੱਕਮਿਕ ਹੋਇਆ, ਮਨ ਨੂੰ ਨਾਮ ਨੇ ਚੁੰਮਕ ਵਾਂਗੂ ਇਕੱਠਾ ਕਰ ਦਿੱਤਾ ਖਿੰਡੇ ਹੋਏ ਨੂੰ। ਮਨ ਤਾਂ ਖਿੰਡਿਆ ਹਜ਼ਾਰ ਥਾਂ ਤੇ ਸ਼ਕਤੀ ਕਿਵੇਂ ਹੋਵੇ ਇਹਦੇ 'ਚ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਨ ਨੂੰ ਇਕੱਤਰ ਕਰਨ ਲਈ ਸਾਨੂੰ ਜ਼ੋਰ ਲਾਉਣਾ ਪੈਂਦਾ, ਨਾਮ ਰਾਹੀਂ ਛੇਤੀ ਇਕੱਤਰ ਹੋ ਜਾਂਦਾ। ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ। ਹੁਣ ਜਿਹੜੇ ਗੁਰਾਂ ਦੇ ਉਪਦੇਸ਼ ਵਿੱਚ ਰੰਗੇ ਹੋਏ ਨੇ, ਉਪਦੇਸ਼ ਲੈ ਲਿਆ, ਉਹਨਾਂ ਦੇ ਉੱਤੇ ਉਪਦੇਸ਼ ਦਾ ਇਹੋ ਜਿਹਾ ਪ੍ਰਭਾਵ ਪਿਆ, ਰੰਗ ਚੜ੍ਹ ਗਿਆ ਉਪਦੇਸ਼ ਦਾ, ਉਹ ਕਾਮ ਕ੍ਰੋਧ ਹੰਕਾਰ ਸਾਰੇ ਤਿਆਗ ਕੇ ਨਿਰਮਲੇ ਬਣ ਜਾਂਦੇ, ਸ਼ੁੱਧ ਸਰੂਪ ਬਣ ਜਾਂਦੇ ਨੇ। ਨਾਮ ਸਲਾਹਨ ਸਦ ਸਦਾ ਹਰ ਰਾਖੈ ਔਰ ਧਾਰ। ਉਹ ਬਾਣੀ ਦੁਆਰਾ ਸਦਾ ਸਦਾ ਨਾਮ ਨੂੰ ਸਲਾਹੁੰਦੇ ਨੇ ਅਤੇ ਆਪਣੇ ਹਿਰਦੇ 'ਚ ਹਰੀ ਨੂੰ ਧਾਰਨ ਕਰਕੇ ਰੱਖਦੇ ਨੇ, ਪਰਮਾਤਮਾ ਨੂੰ ਮਨ ਦੇ ਅੰਦਰ ਵਸਾ ਲੈਂਦੇ ਨੇ। ਸੋ ਕਿਉ ਮਨਹੁ ਵਿਸਾਰੀਐ ਸਭ ਜੀਆਂ ਕਾ ਆਧਾਰ। ਉਹ ਵਾਹਿਗੁਰੂ ਮਨ ਦੇ ਵਿੱਚੋਂ ਕਿਉਂ ਭੁਲਾਈਏ, ਜਿਹੜੇ ਸਾਰਿਆਂ ਜੀਵਾਂ ਦਾ ਆਸਰਾ, ਉਹਨੂੰ ਕਿਉਂ ਭੁਲਾਈਏ ਆਪਾਂ? ਆਪਣਾ ਵੀ ਉਹੀ ਆਸਰਾ, ਜੀਵਾਂ ਦਾ ਉਹੀ ਆਸਰਾ। ਆ ਤਾਰੇ ਅਸਮਾਨ ਵਿੱਚ ਖੜੇ, ਉਹਨਾਂ ਦਾ ਆਸਰਾ ਵਾਹਿਗੁਰੂ ਹੀ ਹੈ। ਧਰਤੀ ਅਸਮਾਨ ਵਿੱਚ ਉੱਡੀ ਫਿਰਦੀ ਹੈ, ਕਿਵੇਂ ਗੇੜਾ ਲਾਉਂਦੀ ਸੂਰਜ ਦੁਆਲੇ, ਅਤੇ ਕਿਵੇਂ ਘੁੰਮਦੀ ਫਿਰਦੀ ਧਰਤੀ। ਹੋਰ ਸਾਰੀਆਂ ਚੀਜ਼ਾਂ ਇਹ ਸਾਰੀਆਂ ਨਾਮ ਦੇ ਆਸਰੇ ਹੀ ਆ, ਆਪਾਂ ਵੀ ਉਹਦੇ ਆਸਰੇ ਹੀ ਆ। ਸ਼ਬਦ ਮਰੈ ਸੋ ਮਰ ਰਹਿ, ਫਿਰ ਮਰੈ ਨਾ ਦੂਜੀ ਵਾਰ। ਮਹਾਰਾਜ ਕਹਿੰਦੇ ਗੁਰਾਂ ਦੇ ਉਪਦੇਸ਼ ਕਰਕੇ ਜਿਹੜਾ ਜੀਵਤ ਭਾਅ ਤੋਂ ਮਰ ਜਾਂਦਾ ਨਾ, ਆਪਣੀ ਹਉ ਨੂੰ ਛੱਡ ਦਿੰਦਾ, ਉਹ ਮਰ ਰਹਿ, ਉਹ ਮੌਤ ਤੋਂ ਰਹਿਤ ਹੋ ਜਾਂਦਾ। ਮੁੜ ਕੇ ਦੂਜੀ ਵਾਰ ਉਹ ਮਰਦਾ ਨਹੀਂ, ਇੱਕ ਵਾਰ ਮਾਰਨਾ ਪੈਂਦਾ ਆਪਣੇ ਆਪ ਨੂੰ ਗੁਰਾਂ ਦੇ ਅਨੁਸਾਰ ਹੀ ਹੋ ਕੇ, ਫਿਰ ਬਾਰ-ਬਾਰ ਇਹ ਜੀਵ ਨਹੀਂ ਮਰਦਾ। ਸ਼ਬਦੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ। ਹਰੀ ਨਾਮ ਵਿੱਚ ਜਿਹੜਾ ਪਿਆਰ ਲੱਗਣਾ ਨਾ, ਇਹ ਪਿਆਰ ਐਵੇਂ ਨਹੀਂ ਲੱਗਦਾ, ਕਹਿੰਦੇ ਗੁਰਾਂ ਦੇ ਉਪਦੇਸ਼ ਦੁਆਰਾ ਹੀ ਪਿਆਰ ਲੱਗਦਾ। ਬਹਿ ਕੇ ਕਥਾ ਸੁਣੇ, ਕੀਰਤਨ ਸੁਣੇ, ਬਾਣੀ ਸੁਣੇ, ਫਿਰ ਨਾਮ ਵਿੱਚ ਪਿਆਰ ਬਣ ਜਾਂਦਾ। ਜਦੋਂ ਨਾਮ ਦੀ ਸੋਝੀ ਹੋਈ ਕਿ ਨਾਮ ਤਾਂ ਬਹੁਤ ਵੱਡਾ, ਮਹਾਰਾਜ ਕਹਿੰਦੇ ਫਿਰ ਸੁਤੇ ਸਿੱਧੇ ਜੀਵ ਨਾਮ ਜਪਣ ਲੱਗ ਜਾਂਦਾ। ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰੋ ਵਾਰ। ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਸਾਰਾ ਜਗ ਹੀ ਭੁੱਲਿਆ ਫਿਰਦਾ, ਇਸ ਲਈ ਮੁੜ ਮੁੜ ਕੇ ਜੰਮਦਾ ਮਰਦਾ, ਜੰਮਦਾ ਮਰਦਾ ਬਾਰ-ਬਾਰ। ਸਭ ਸਾਲਾ ਹੈ ਆਪ ਕਉ ਵੱਡੋ ਵਡੇਰੀ ਹੋਏ। ਹਰੇਕ ਬੰਦਾ ਆਪਣੇ ਆਪ ਨੂੰ ਸਲਾਹੁੰਦਾ। ਕੀ ਕਹਿੰਦਾ ਉਹ? ਕਹਿੰਦੇ ਵੱਡਿਆਂ ਤੋਂ ਵੀ ਮੇਰੀ ਜਿਹੜੀ ਵਡਿਆਈ ਹੈ ਨਾ ਵੱਡੀ ਹੋ ਜੇ ਬਸ। ਲੋਕ ਇਹ ਆਖਣ ਵੀ ਇਹ ਗੁਰੂ ਤੋਂ ਵੀ ਵੱਡਾ ਹੋ ਗਿਆ। ਲੋਕ ਇਹ ਆਖਣ ਜਿਹੜੇ ਪਿੱਛੇ ਹੋਏ ਨੇ ਉਹ ਤਾਂ ਕੁਛ ਵੀ ਨਹੀਂ ਹੋਏ, ਮੈਂ ਹੀ ਵੱਡਾ ਹਾਂ। ਇਹੀ ਜੀ ਦੁਨੀਆ ਹੁਣ ਜੰਮੀ ਤਾਂ ਹੋਈ ਹੈ। ਜਿਹੜੇ ਕਹਿੰਦੇ ਬਾਬਾ ਦੀਪ ਸਿੰਘ ਦਾ ਸੀਸ ਨਹੀਂ ਲੱਥਿਆ, ਉਹਨੂੰ ਟੱਕ ਜਿਹਾ ਲੱਗਿਆ ਸੀ, ਇਹ ਬਾਬਾ ਜੀ ਅਖੇ ਫਿਰ ਹੱਥ ਜਿਹਾ ਰੱਖ ਕੇ ਲੜਦੇ ਆਏ। ਇਹਦੇ 'ਚ ਉਹਨਾਂ ਦੀ ਵਡਿਆਈ ਵੱਡੀ। ਲੋਕ ਕਹਿਣਗੇ ਬੜੀ ਖੋਜ ਕੀਤੀ ਵੀ ਇਸ ਬੰਦੇ ਨੇ, ਇਹ ਖੌਰੇ ਬਾਬਾ ਦੀਪ ਸਿੰਘ ਦੇ ਨਾਲ ਹੀ ਰਿਹਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਛੋਟੀ ਕਰਦੇ ਲੋਕ, ਪੁਰਾਣਿਆਂ ਗੁਰਸਿੱਖਾਂ ਦੀ ਵਡਿਆਈ ਛੋਟੀ ਕਰਨ ਨੂੰ ਫਿਰਦੇ ਨੇ, ਤਾਂ ਆਪ ਦੀ ਵਡਿਆਈ ਵੱਡੀ ਕਰਨ। ਬਈ 10ਵੇਂ ਪਾਤਸ਼ਾਹ ਨੂੰ ਨਹੀਂ ਸੀ ਪਤਾ 3 ਬਾਣੀਆਂ ਕਰਨੀਆਂ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਸੀ। ਜਿਹੜੇ ਨਵੇਂ ਉਹ ਸਿੰਘ ਸੀ, ਉਹਨਾਂ ਨੂੰ ਉਦੋਂ ਪਤਾ ਹੀ ਨਹੀਂ ਲੱਗਿਆ ਇਹਨਾਂ ਗੱਲਾਂ ਦਾ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਹੁਣ ਨਵੀਆਂ ਤਰੀਕਾਂ ਬਣਾਉਣੀਆਂ ਗੁਰਪੁਰਬਾਂ ਦੀਆਂ, ਉਹਨਾਂ ਨੂੰ ਨਹੀਂ ਸੀ ਪਤਾ। ਉਹ ਨਿਆਣੇ ਸੀਗੇ ਵਿਚਾਰੇ। ਬਾਕੀ ਸਾਰੀਆਂ ਮਰਿਆਦਾਵਾਂ ਜਿਹੜੀਆਂ ਬਦਲੀਆਂ ਉਹਨਾਂ ਨੂੰ ਪਤਾ ਹੀ ਨਹੀਂ ਸੀ। ਇਹ ਤਾਂ ਹੁਣ ਵਡਿਆਈ ਵੱਡੀ ਹੋਈ ਗੁਰਸਿੱਖਾਂ ਦੀ, ਰਹਿ ਰਾਸ ਕੱਟ ਕੇ, ਮੂਲ ਮੰਤਰ ਘਟਾ ਕੇ, ਨਿਤਨੇਮ ਘਟਾ ਕੇ, ਹੋਰ ਮਰਿਆਦਾ ਵਿਗਾੜ ਕੇ ਸਾਰੀਆਂ, ਦੇਖੋ ਬਈ ਇਹਨਾਂ ਦੀ ਵਡਿਆਈ ਵੱਡੀ ਹੋ ਗਈ। ਉਹ ਪਿਛਲੇ ਜਿਹੜੇ ਸੀ ਉਹਨਾਂ ਨੂੰ ਛੋਟੇ ਪਾਉਣ ਲੱਗੇ ਹੋਏ ਨੇ। ਕਹਿੰਦੇ ਸਾਨੂੰ ਜ਼ਿਆਦਾ ਪਤਾ
ਬਿੰਦੀਆਂ ਟਿੱਪੀਆਂ ਲਾ ਲਾ ਕੇ ਅਸੀਂ ਹੁਣ ਅਖੇ ਮਹਾਰਾਜ ਨੇ ਕਿਹਾ ਸੀ ਹੁਣ ਤਾਂ ਗੁਰਸਿੱਖ ਪੜ੍ਹੇ ਲਿਖੇ ਨਹੀਂ, ਫਿਰ ਜਦ ਸਮਾਂ ਆਊ ਗੁਰਸਿੱਖ ਬੜੇ ਪੜ੍ਹ ਲਿਖ ਜਾਣਗੇ, ਫਿਰ ਆਪੇ ਬਿੰਦੀਆਂ ਟਿੱਪੀਆਂ ਲਾਇਆ ਕਰਨਗੇ। ਕਹਿੰਦੇ ਅਸੀਂ ਤਾਂ ਲਾਉਨੇ ਬਿੰਦੀਆਂ ਟਿੱਪੀਆਂ। ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਛੋਟੀ ਕਰੀ ਜਾਂਦੇ ਨੇ, ਸ਼ਹੀਦਾਂ ਸਿੰਘਾਂ ਦੀ ਵਡਿਆਈ ਛੋਟੀ ਕਰੀ ਜਾਂਦੇ ਨੇ, ਨਿਤਨੇਮੀਆਂ ਦੀ। ਅਖੇ ਬਾਬਾ ਦੀਪ ਸਿੰਘ ਨੇ 110 ਪਾਠ ਕੀਤੇ ਨਹੀਂ, ਸੰਤ ਗੁਰਬਚਨ ਸਿੰਘ ਨੇ 100-150 ਪਾਠ ਕੀਤਾ ਨਹੀਂ, ਫਲਾਣੇ ਨੇ ਐ ਨਹੀਂ ਕੀਤਾ, ਫਲਾਣੇ ਨੇ ਐ ਨਹੀਂ ਕੀਤਾ। ਉਹ ਪੈਸੇ ਲੈ ਕੇ ਚਾਰ ਕਿਤੋਂ ਰੌਲਾ ਪਾਉਣੇ ਸਪੀਕਰ ਵਾਂਗੂ। ਜਾਂ ਲੇਖਾ ਧਰਮ ਰਾਜੇ ਤੇ ਦੇਣਾ ਪੈਣਾ, ਜਾਣਾ ਤਾਂ ਉੱਥੇ ਹੀ ਪੈਣਾ, ਤੇ ਫਿਰ ਲੇਖਾ ਦੇਣਾ ਪਿਆ ਫਿਰ ਉੱਥੇ ਔਖਾ ਹੋਏਗਾ। ਲੇਖਾ ਦੇਣਾ ਵੀਰਾ ਤਉ ਪੜ੍ਹਿਆ, ਕਹਿੰਦੇ ਪੜ੍ਹਿਆ ਲਿਖਿਆ ਤਾਂ ਜਾਣਾਂਗੇ ਜਦ ਧਰਮ ਰਾਜੇ ਕੋਲ ਜਾ ਕੇ ਲੇਖਾ ਨਿਬੇੜੇਗਾ। ਕਈ ਕਲਪਾਂ ਤੱਕ ਨਰਕਾਂ 'ਚ ਨਹੀਂ ਕੱਢਣਾ ਅਗਲੇ ਨੇ, ਮਾੜੇ ਜੇ ਚਾਰ ਛਿੱਲੜਾਂ ਪਿੱਛੇ ਰੌਲਾ ਪਾਇਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰ ਬਿਨ ਆਪ ਨਾ ਚੀਨੀਆਂ ਕਹੇ ਸੁਣੇ ਕਿਆ ਹੋਏ। ਗੁਰਾਂ ਤੋਂ ਬਿਨਾਂ ਆਪਣਾ ਸਰੂਪ ਤਾਂ ਜਾਣਿਆ ਨਹੀਂ ਜਾਂਦਾ। ਐਵੇਂ ਕਿਸੇ ਦੇ ਕਹੇ ਸੁਣੇ ਕੀ ਹੋ ਸਕਦਾ। ਆਪਦੀ ਵਡਿਆਈ ਵੱਡੀ ਕਰਾ ਲਈ, ਉਹੀ ਇੱਕ ਦੂਜੇ ਨੂੰ ਸਿਰੋਂ ਪਾਉ ਦੇ ਲੈ ਬਸ। ਇਹ ਜੀ ਬਹੁਤ ਵੱਡੇ ਨੇ। ਪਹਿਲਾਂ ਬਈ ਤੁਸੀਂ 5 ਜਾਣੇ ਕਹੋ, ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ। ਇੱਕ ਦੂਜੇ ਨੂੰ ਵੱਡਾ ਬਣਾ ਕੇ ਮਹਾਰਾਜ ਕਹਿੰਦੇ ਵਡਿਆਈ ਇੱਕ ਦੂਜੇ ਦੀ ਵੱਡੀ ਕਰਾ ਕੇ, ਇਸ ਤਰ੍ਹਾਂ ਤਾਂ ਨਹੀਂ ਵੱਡੇ ਬਣਨ ਲੱਗੇ। ਮਹਾਰਾਜ ਕਹਿੰਦੇ ਵੱਡਾ ਤਾਂ ਉਹੀ ਹੈ, ਸੋਈ ਵੱਡਾ ਜਿਨ ਰਾਮ ਲਿਵ ਲਾਈ। ਜਿਹਨੇ ਨਾਮ 'ਚ ਲਿਵ ਲਾਉਣੀ ਹੈ ਵੱਡਾ ਤਾਂ ਉਹਨੇ ਹੀ ਬਣਨਾ। ਤੁਹਾਡੀ ਤਾਂ ਇੰਨੀ ਬਦਨਾਮੀ ਹੋਣੀ ਹੈ, ਇੰਨਾ ਮੂੰਹ ਨੂੰ ਕਾਲਖ ਥੱਪੀ ਜਾਣੀ ਹੈ, ਲੈਣੀ ਨਹੀਂ ਜੁਗਾਂ ਤੱਕ। ਇਹ ਜਿਨ੍ਹਾਂ ਨੇ ਮਰਿਆਦਾਵਾਂ ਦੀ ਭੰਗਣਾ ਕਰ ਦਿੱਤੀ। ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਏ। ਮਹਾਰਾਜ ਕਹਿੰਦੇ ਜੇ ਗੁਰੂ ਦੇ ਉਪਦੇਸ਼ ਨੂੰ ਪਛਾਣੀਏ ਫਿਰ ਹੰਕਾਰ ਕਾਹਦਾ। ਫਿਰ ਨਾ ਕੋਈ ਹੰਕਾਰ, ਨਾ ਕੋਈ ਮਮਤਾ, ਨਾ ਕੋਈ ਵਿਕਾਰ। ਗੁਰਾਂ ਦੇ ਉਪਦੇਸ਼ ਨੂੰ ਪਛਾਣਨ ਨਾਲ ਬੰਦੇ ਨੂੰ ਅਕਲ ਆਉਂਦੀ ਹੈ। ਜੇ ਆਪ ਅਭਿਆਸ ਕਰੀਏ ਨਾਮ ਦਾ, ਜੇ ਗੁਰਬਾਣੀ ਪੜ੍ਹੀਏ, ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਕਰੀਏ, ਫਿਰ ਅੰਦਰ ਕਿਰਪਾ ਹੋ ਜਾਂਦੀ। ਫਿਰ ਸ਼ੁੱਧ ਹੋ ਕੇ ਮਨ ਗੁਰਾਂ ਦੇ ਗੁਣ ਗਾਉਣ ਲੱਗ ਜਾਂਦਾ। ਕਾਲਖ ਨਹੀਂ ਖੱਟਦਾ ਕਿ ਆਉਣ ਵਾਲੇ ਸਮੇਂ ਵਿੱਚ ਕੁਲਾਂ ਵੀ ਥੂ ਕਰਨ ਜਿਹਨੂੰ ਵੀ ਸਾਡੀ ਕੁਲ ਦਾ ਵੱਡਾ ਵਡੇਰਾ ਇਹੋ ਜਿਹਾ ਹੋਇਆ ਜਿਹਨੇ ਸਾਰੇ ਪੰਥ ਦੀ ਮਰਿਆਦਾ ਵਿਗਾੜ ਕੇ ਰੱਖਤੀ। ਲਾਹਨਤ ਐਸੇ ਉੱਤੇ ਥੂ ਕਰਨੀ ਕੁਲਾਂ ਦੇ ਅੱਗੇ ਜਾ ਕਰਕੇ ਉਹ ਦਿੱਤੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਰਿਆਦਾ ਉਹ ਜਿਹੜੀ 10ਵੇਂ ਪਾਤਸ਼ਾਹ ਨੇ ਬਣਾਈ ਹੈ। ਸਾਡਾ ਅਸਲੀ ਜਿਹੜਾ ਨਿਸ਼ਾਨਾ ਉਸ ਮਰਿਆਦਾ ਤੇ 10ਵੇਂ ਪਾਤਸ਼ਾਹ ਨੇ ਜੋ ਕਿਹਾ ਸਾਡਾ ਆਦਰਸ਼ ਹੈ 10ਵੇਂ ਪਾਤਸ਼ਾਹ। ਸਾਡਾ ਆਦਰਸ਼ ਹੈ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਜਿਹਨਾਂ ਖੋਪੜੀਆਂ ਲੁਹਾਈਆਂ, ਜਿਨ੍ਹਾਂ ਨੇ ਆਰਿਆਂ ਨਾਲ ਬੰਦ ਕਟਵਾਏ, ਆਰਿਆਂ ਨਾਲ ਚਲਾਏ ਗਏ, ਦੇਗਿਆਂ 'ਚ ਉਬਾਲੇ ਗਏ, ਜਿਨ੍ਹਾਂ ਨੇ ਬਹੁਤ ਜ਼ਿਆਦਾ ਸਿੱਖੀ ਲਈ ਕੁਰਬਾਨੀਆਂ ਕੀਤੀਆਂ। ਪਰ ਮਰਿਆਦਾ ਦੀ ਭੰਗਣਾ ਨਹੀਂ ਕੀਤੀ ਉਹਨਾਂ ਨੇ। ਪਰ ਲੋਕਾਂ ਨੇ ਪੈਸੇ ਲੈ ਕੇ ਮਰਿਆਦਾ ਬਦਲਤੀ। ਇਹਨਾਂ ਨੂੰ ਕੀ ਕਹਾਂਗੇ? ਇਹਨਾਂ ਦੀ ਅਰਦਾਸ ਕਹੀ ਜੀ ਕਰਾਂਗੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮਰਿਆਦਾ ਉਹੀ ਜੋ ਬਾਬਾ ਦੀਪ ਸਿੰਘ ਨੇ ਚਲਾਈ। ਅੱਜ ਉਹਨਾਂ ਦਾ ਜਨਮ ਦਿਨ ਹੈ ਬਾਬਾ ਜੀ ਦਾ। ਇਸ ਕਰਕੇ ਅੱਜ ਆਪਾਂ ਉਹਨਾਂ ਦੀ ਮਰਿਆਦਾ ਤੇ ਚੱਲਣ ਦਾ ਪਰਨ ਕਰੀਏ ਔਰ ਹੋਰ ਕਿਸੇ ਦੀ ਚਲਾਈਆਂ ਹੋਈਆਂ ਸਾਰੀਆਂ ਗੱਲਾਂ ਨੂੰ ਰਿਜੈਕਟ ਕਰਕੇ ਕੇਵਲ ਮਹਾਂਪੁਰਖਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਉਹਨਾਂ ਨੇ ਮਰਿਆਦਾ ਪਿੱਛੇ ਤਾਂ ਆਪਣਾ ਸਿਰ ਦੇਤਾ। ਇਸ ਕਰਕੇ ਬੰਦ ਕਟਵਾਤਾ ਭਾਈ ਮਨੀ ਸਿੰਘ ਨੇ। ਸਾਰਾ ਕੁਝ ਮਰਿਆਦਾ ਪਿੱਛੇ ਹੀ ਹੋਇਆ ਸੀ। ਮਰਿਆਦਾ ਪਿੱਛੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾਤੀਆਂ। ਮਰਿਆਦਾ ਪਿੱਛੇ ਭਾਈ ਮਤੀ ਦਾਸ ਉਹਨਾਂ ਨੂੰ ਕੁਰਬਾਨ ਕਰ ਦਿੱਤਾ ਗਿਆ। ਇਸ ਕਰਕੇ ਮਰਿਆਦਾ ਇੱਕ ਵੱਡੀ ਚੀਜ਼ ਹੈ। ਬੰਦੇ ਕੋਲ ਮਰਿਆਦਾ ਤਾਂ ਬੰਦਾ ਸੱਚਖੰਡ ਸਿੱਧਾ ਚਲਿਆ ਜਾਂਦਾ। ਜੇ ਮਰਿਆਦਾ ਨਹੀਂ, ਜੇ ਰੇਲ ਗੱਡੀ ਦੀਆਂ ਦੋਨੋਂ ਲਾਈਨਾਂ ਬਰਾਬਰ ਤੁਣੀਆਂ ਜਾਣ ਤਾਂ ਠੀਕ ਹੈ। ਜੇ ਇੱਕ ਅੱਧੀ ਲਾਈਨ ਇੱਧਰ ਉੱਧਰ ਹੋ ਜੇ ਤੇ ਰੇਲ ਗੱਡੀ ਉਲਟ ਜਾਂਦੀ। ਇਸ ਕਰਕੇ ਮਰਿਆਦਾ ਦੀਆਂ ਲੀਹਾਂ ਉੱਤੇ ਤੁਰਨਾ ਸਾਡਾ ਕਰਮ ਹੈ। ਸਹੀ ਮਾਰਗ ਉੱਤੇ, ਸੱਚ ਦੇ ਮਾਰਗ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸਤਿਗੁਰੂ ਸਾਡੇ ਸਹਾਈ ਹੋਣਗੇ। ਕਿਉਂ? ਜਿਨ੍ਹਾਂ ਦੇ ਹਿਰਦੇ 'ਚ ਸਹੀ ਮਰਿਆਦਾ, ਹਿਰਦੇ ਅੰਦਰੋਂ ਮੈਲ ਉਤਰ ਚੁੱਕੀ ਹੈ। ਸ਼ੁੱਧ ਹਿਰਦਾ ਹਮੇਸ਼ਾ ਪ੍ਰਮਾਤਮਾ ਦਾ ਨਾਮ ਲੈਂਦਾ ਅਤੇ ਸਾਰੀ ਦੁਨੀਆ ਦੇ ਵਿੱਚ ਉਹ ਨਾਮ ਜਪਦਾ ਤੇ ਜਪਾਉਂਦਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ